ਤੁਸੀਂ ਦਾਅਵਾ ਕਰਦੇ ਹੋ ਕਿ ਸਟੱਡੀ ਵੀਜ਼ਾ ਦੇ ਨਾਲ ਅਸੀਂ ਕਰਕੇ ਦਿੰਨੇ ਆ, ਇਹ ਪੋਸੀਬਲ ਕਿਵੇਂ ਆ? ਪਹਿਲਾਂ ਤਾਂ ਇਹ ਦੱਸੋ। LMIA ਇਹ ਜਿਹੜੇ 4 ਵਰਡ ਨੇ ਨਾ, ਇਹ ਪੰਜਾਬ ਦੇ ਵਿੱਚ ਹਰ ਇੱਕ ਨੌਜਵਾਨ ਦੇ ਤੁਸੀਂ ਐ ਕਹ ਲਓ ਇੰਨਾ ਨੇੜੇ ਨੇ ਕਿ ਤੁਸੀਂ ਕਿਸੇ ਨੂੰ ਕਹਿ ਕੇ ਦੇਖ ਲਓ, ਅੱਲਾ ਕਹਿੰਦਾ LMIA ਤੂੰ ਦਵਾ ਯਾਰ, ਤੂੰ ਮੈਨੂੰ ਕਿਤੋਂ ਦਾ ਦਵਾ, ਤੂੰ ਮੇਰੇ ਤੋਂ 25 ਲੱਖ ਲੈ ਲੈ, 50 ਲੱਖ ਲੈ ਲੈ। ਸੁਖਾਬ ਜੀ ਇਹਨੂੰ ਵੇਚਿਆ ਜਾਂਦਾ। ਇੱਕ ਜਿਹੜਾ ਸਟੂਡੈਂਟ ਹੈ ਨਾ, ਉਹਨੇ ਕੈਨੇਡਾ ਜਾਣਾ ਹੈ, ਕੈਨੇਡਾ ਤਾਂ ਉਹਨੇ ਕੰਮ ਕਰਨ ਜਾਣਾ ਹੈ, ਕੈਨੇਡਾ ਜਾਣਾ ਹੈ ਉਹਨੇ ਸੈਟਲ ਹੋਣ, ਪਰ ਉਹਨੂੰ ਇਹ ਚੀਜ਼ ਵੇਚੀ ਜਾਂਦੀ ਹੈ। 3 ਸਾਲ ਦਾ ਤੁਹਾਨੂੰ ਉੱਥੇ ਵਰਕ ਪਰਮਿਟ ਮਿਲੂਗਾ, ਕਮਾ ਲਓ ਜਿੰਨੇ ਪੈਸੇ ਕਮਾਣੇ ਨੇ, 5 ਤੋਂ 6 ਸਾਲਾਂ 'ਚ ਤੁਹਾਨੂੰ PR ਮਿਲ ਜੂਗੀ ਤੇ ਤੁਸੀਂ ਸੈੱਟ ਹੋ ਜਾਓਗੇ। ਇਹ ਲੀਗਲ ਆ? ਇਹ ਦੇਖੋ ਪ੍ਰੋਪਰ ਲੀਗਲ ਹੈ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਏਜੰਟਸ ਵੱਲੋਂ ਸਟੂਡੈਂਟ ਨੂੰ ਇਹੀ ਕਹਿ ਕੇ ਭੇਜਿਆ ਜਾਂਦਾ ਹੈ ਕਿ ਭਾਈ 2 ਸਾਲ ਹੀ ਪੜ੍ਹਨਾ ਹੈ, ਉਸ ਤੋਂ ਬਾਅਦ ਤਾਂ ਤੂੰ ਕੰਮ ਹੀ ਕਰਨਾ ਹੈ, ਸੈਟਲ ਹੋ ਜਾਏਗਾ, PR ਲੈ ਲੇਗਾ। ਤੁਸੀਂ ਕਹਿੰਦੇ ਹੋ ਕਿ ਏਜੰਟ ਉੱਥੇ ਭੇਜਦੇ ਨੇ, ਇਹ ਏਜੰਟ ਕਿਉਂ ਤੈਅ ਕਰਦਾ? ਵੱਡੀ ਗੱਲ ਤਾਂ ਇਹ ਹੈ ਤੁਸੀਂ 12ਵੀਂ ਤੱਕ ਜੋ ਕਰਨਾ ਸੀ ਕਰ ਲਿਆ। ਸਟੂਡੈਂਟਸ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਤੁਸੀਂ ਕੈਨੇਡਾ ਜਾਣਾ, ਤੁਸੀਂ ਐਲੀਜੀਬਿਲਟੀ ਪੂਰੀ ਕਰੋ ਆਪਣੀ। ਮੈਂ ਆਈ ਵੀਜ਼ਾ ਇਮੀਗ੍ਰੇਸ਼ਨ ਦੀ ਗੱਲ ਕਰ ਲਾਂ, ਅਸੀਂ ਬਹੁਤ ਸਾਰੀ ਕੰਟਰੀ 'ਚ ਡੀਲ ਕਰਦੇ ਹਾਂ, ਬਟ ਸਟੂਡੈਂਟ ਨੂੰ ਹਮੇਸ਼ਾ ਉੱਥੇ ਭੇਜਦੇ ਹਾਂ ਜਿੱਥੇ ਲਈ ਉਹ ਐਲੀਜੀਬਲ ਹੈ। ਤੁਹਾਨੂੰ ਕੋਈ ਨਹੀਂ ਦਿਖਾਉਂਦਾ, ਜਾਂ ਤਾਂ ਜ਼ੂਮ ਕਰਕੇ ਦਿਖਾਓ, ਆਈ ਵੀਜ਼ਾ ਇਮੀਗ੍ਰੇਸ਼ਨ ਵਾਂਗ ਬੰਦੇ ਦੀ ਲਾਈਵ ਇੰਟਰਵਿਊ ਕਰਵਾਓ ਕਿ ਹਾਂਜੀ ਆਹ ਦੇਖੋ ਜੀ ਇਹਦਾ ਵੀਜ਼ਾ ਆਇਆ, ਇਹਦੀ ਇੰਨੇ ਮਿੰਟ ਇੰਟਰਵਿਊ ਚੱਲੀ ਹੈ, ਇਹਦੀ ਆਹ ਪ੍ਰੋਫਾਈਲ ਸੀਗੀ, ਇਹਦੇ ਆਇਲਸ ਤੋਂ ਇੰਨੇ ਬੈਂਡ ਸੀ, ਆਇਲਸ ਕੀਤੀ ਸੀ ਕਿ ਨਹੀਂ ਕੀਤੀ ਸੀ। ਇਹ ਕਿਤੇ ਨਾ ਕਿਤੇ ਚਲੋ ਕਮਾਈ ਦਾ ਸਾਧਨ ਆ, ਤੁਸੀਂ ਆਪੇ ਗੱਲ ਕਹਿ ਰਹੇ ਹੋ ਵੀ ਜਿਹੜੀ ਕਮਾਈ 2-3 ਮਹੀਨੇ ਬਾਅਦ ਆਉਣੀ ਆ ਉਹ ਹੁਣੇ ਆਵੇ। ਗਾਹਕ ਤਾਂ ਫਿਰ ਕੋਈ ਵੀ ਨਹੀਂ ਜਾਣ ਦਿੰਦਾ ਨਾ। ਗਾਹਕ ਸਮਝ ਕੇ ਤੁਸੀਂ ਇੱਕ ਸਟੂਡੈਂਟ ਦੀ ਫਾਈਲ ਫੜ ਲਈ, ਤੁਸੀਂ ਉਹਦਾ ਫਿਊਚਰ ਖਰਾਬ ਕਰਤਾ। ਉਹ ਵਿਚਾਰਾ ਸਾਲ 2 ਸਾਲ ਤਾਂ ਤੁਹਾਡੇ 'ਚ ਉਲਝਿਆ ਰਿਹਾ, ਫੰਡ ਨਵੇਂ ਕਰ ਲਓ, ਫੰਡ ਪੁਰਾਣੇ ਕਰ ਲਓ, ਇੱਥੋਂ ਰਿਫਿਊਜ਼ਲ ਆ ਗਈ ਇੱਥੇ ਕਰ ਲਓ। ਕਿਉਂ ਨਾ ਉਹਨੂੰ ਪਹਿਲੀ ਵਾਰ 'ਚ ਬਿਲਕੁਲ ਸਹੀ ਗਾਈਡ ਕੀਤਾ ਜਾਵੇ। ਇੱਕ ਰਿਫਿਊਜ਼ਲ ਨਾਲੋਂ ਤਾਂ ਵਧੀਆ ਹੈ ਨਾ ਕਿ ਤੁਸੀਂ ਪਹਿਲੀ ਵਾਰ ਕਿਸ ਕੰਟਰੀ 'ਚ ਅਪਲਾਈ ਕਰ ਰਹੇ ਹੋ, ਉੱਥੋਂ ਤੁਸੀਂ ਪਹਿਲੀ ਵਾਰੇ ਵੀਜ਼ਾ ਲਵੋ। ਕਹਿ ਰਹੇ ਹੋ ਕਿ ਪ੍ਰੋਫਾਈਲ ਨੂੰ ਸਟੂਡੈਂਟ ਲੈ ਕੇ ਜਾਵੇ, ਅੱਜ ਕੱਲ੍ਹ ਤਾਂ ਏਜੰਟ ਵੀ ਬੈਠੇ ਨੇ ਪ੍ਰੋਫਾਈਲ ਨੂੰ ਉੱਪਰ ਲੈ ਕੇ ਜਾਣ ਵਾਲੇ। ਦੇਖੋ ਜੀ, ਫ੍ਰੀ ਕੁਛ ਨਹੀਂ ਹੁੰਦਾ, ਕੋਈ ਵੀ ਲੰਚ ਤੁਹਾਡੀ ਲਾਈਫ 'ਚ ਫ੍ਰੀ ਨਹੀਂ ਹੈਗਾ। ਜੇ ਤੁਸੀਂ ਕਿਤੇ ਬੈਠੇ ਹੋ, ਕੋਈ ਬੰਦਾ ਤੁਹਾਨੂੰ ਫ੍ਰੀ ਚੀਜ਼ ਦੇ ਰਿਹਾ ਨਾ, ਤਾਂ ਉਹ 'ਚ ਉਹਦਾ ਕਿਤੇ ਨਾ ਕਿਤੇ ਫਾਇਦਾ ਏ, ਉਹ ਚਾਹੇ ਬਾਅਦ 'ਚ ਹੋ ਜਾਵੇ ਜਾਂ ਉਹ ਪਹਿਲਾਂ ਹੀ ਤੁਹਾਡੇ ਤੋਂ ਕੋਈ ਨਾ ਕੋਈ ਪੈਸੇ ਲੈ ਲਵੇ। ਤੁਸੀਂ ਸਿੰਪਲ ਪੜ੍ਹਨ ਜਾਣਾ ਹੈ ਕੈਨੇਡਾ 'ਚ, ਤੁਹਾਡਾ ਸਟੱਡੀ ਵੀਜ਼ਾ ਲੱਗੂਗਾ, ਬਟ ਜਿਹੜੀ ਸਟੱਡੀ ਤੁਸੀਂ 2 ਸਾਲ 'ਚ ਕੰਪਲੀਟ ਕਰਨੀ ਸੀ, ਉਹ ਸਟੱਡੀ ਤੁਹਾਡੀ ਸਿਰਫ ਔਰ ਸਿਰਫ 8 ਮਹੀਨੇ 'ਚ ਕੰਪਲੀਟ ਕਰਾਈ ਜਾਊਗੀ। 7 ਤਰੀਕ ਨੂੰ ਖੰਨਾ ਤੇ 8 ਤਰੀਕ ਨੂੰ ਲੁਧਿਆਣਾ ਦੇ ਵਿੱਚ ਸਾਡਾ ਇੱਕ ਸੈਮੀਨਾਰ ਰੱਖਿਆ ਗਿਆ, ਐਪਲੀਕੇਸ਼ਨ ਡੇ। ਤੁਸੀਂ ਕੋਈ ਪੈਸਾ ਨਹੀਂ ਦੇਣਾ, ਤੁਸੀਂ ਆਪਣੇ ਡਾਕੂਮੈਂਟ ਲੈ ਕੇ ਆਣੇ ਆ, ਤੁਸੀਂ ਐਲੀਜੀਬਲ ਹੋਵੋਗੇ, ਤੁਹਾਡਾ ਅਪਲਾਈ ਕਰਵਾ ਦਿੱਤਾ ਜਾਊਗਾ। ਤੁਸੀਂ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਬ। ਦੋਸਤੋ, ਸਮੇਂ-ਸਮੇਂ ਤੇ ਤੁਹਾਡੇ ਕੋਲ ਜਾਣਕਾਰੀ ਲੈ ਕੇ ਆਉਂਦੇ ਰਹੇ ਹਾਂ ਕਿ ਕਿਸ ਤਰੀਕੇ ਨਾਲ ਬਾਹਰ ਜਾਣਾ ਆ, ਕਿਹੜੀ ਦਿਸ਼ਾ ਵਿੱਚ ਜਾਣਾ ਆ, ਤੇ ਖਾਸ ਤੌਰ ਤੇ ਕਿਸੇ ਠੱਗੀ ਦਾ ਸ਼ਿਕਾਰ ਨਹੀਂ ਹੋਣਾ। ਸੋ ਅੱਜ ਜੇਕਰ ਅਸੀਂ LMIA ਦੀ ਗੱਲ ਕਰੀਏ, ਕਿਉਂਕਿ ਇੱਕ ਵੱਡਾ ਪ੍ਰੋਸੈਸ ਹੁੰਦਾ ਆ, ਇੱਕ ਸਭ ਤੋਂ ਔਖਾ ਪ੍ਰੋਸੈਸ ਇਸ ਵੀਜ਼ਾ ਦੀ ਲਾਈਨ ਦੇ ਵਿੱਚ, ਇਸ ਇੰਡਸਟਰੀ ਵਿੱਚ ਮੰਨਿਆ ਜਾਂਦਾ ਆ, ਉਹਦੇ ਬਾਰੇ ਜਾਣਕਾਰੀ ਦੇਣ ਲਈ ਆਈ ਵੀਜ਼ਾ ਤੋਂ ਸੁਖਵਿੰਦਰ ਜੀ ਸਾਡੇ ਨਾਲ ਨੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੁਖਵਿੰਦਰ ਜੀ, ਬੜਾ ਔਖਾ ਪ੍ਰੋਸੈਸ ਮੰਨਿਆ ਜਾਂਦਾ ਹੈ ਜੇਕਰ ਮੈਂ ਇਸ ਵਕਤ ਗੱਲ ਕਰਾਂ, ਕਿਉਂਕਿ ਸਟੱਡੀ ਵੀਜ਼ਾ ਹੋ ਜਾਂਦਾ ਉਹਦੇ ਨਾਲ ਇਹ ਪ੍ਰੋਸੈਸ ਕਰਨਾ ਬੜਾ ਔਖਾ ਆ। ਤੁਸੀਂ ਦਾਅਵਾ ਕਰਦੇ ਹੋ ਕਿ ਸਟੱਡੀ ਵੀਜ਼ਾ ਦੇ ਨਾਲ ਅਸੀਂ ਕਰਕੇ ਦਿੰਨੇ ਆ, ਇਹ ਪੋਸੀਬਲ ਕਿਵੇਂ ਆ? ਪਹਿਲਾਂ ਤਾਂ ਇਹ ਦੱਸੋ। ਸੁਖਾਬ ਜੀ, LMIA ਇਹ ਜਿਹੜੇ 4 ਵਰਡ ਨੇ ਨਾ ਜੀ, ਇਹ ਪੰਜਾਬ ਦੇ ਵਿੱਚ ਹਰ ਇੱਕ ਨੌਜਵਾਨ ਦੇ ਤੁਸੀਂ ਐ ਕਹ ਲਓ ਇੰਨਾ ਨੇੜੇ ਨੇ ਕਿ ਤੁਸੀਂ ਕਿਸੇ ਨੂੰ ਕਹਿ ਕੇ ਦੇਖ ਲਓ, ਅੱਲਾ ਕਹਿੰਦਾ LMIA ਤੂੰ ਦਵਾ ਯਾਰ, ਤੂੰ ਮੈਨੂੰ ਕਿਤੋਂ ਦਾ ਦਵਾ, ਤੂੰ ਮੇਰੇ ਤੋਂ 25 ਲੱਖ ਲੈ ਲੈ, 50 ਲੱਖ ਲੈ ਲੈ। ਮੈਨੂੰ ਵੀ ਨਹੀਂ ਪਤਾ ਸੀ ਕਿ ਲੋਕੀ ਇੰਨੇ ਕਰੇਜ਼ੀ ਨੇ LMI ਲਈ। ਅਸੀਂ ਇੱਕ ਸਰਵੇ ਕੀਤਾ ਫੇਸਬੁੱਕ ਤੇ ਉਹਦੇ ਉੱਤੇ ਸਾਨੂੰ ਪਤਾ ਚੱਲਿਆ ਕਿ LMI ਕਿੰਨੀ ਕਾਸਟ ਕਰਦਾ ਹੈ ਤੇ ਕਿੰਨੇ ਕੁ ਲੋਕੀ ਇਹਦੇ ਚਾਹਵਾਨ ਨੇ। ਅਸੀਂ ਇਹਦੇ ਉੱਤੇ ਫੁੱਲ ਰਿਸਰਚ ਕੀਤੀ, ਦੇਖਿਆ ਕਿ ਇਹਨੂੰ ਆਪਾਂ ਇੱਕ ਸਟੂਡੈਂਟ ਲਈ ਜਾਂ ਜਿਹੜੇ ਬੰਦੇ ਦਾ ਸੁਪਨਾ ਹੈ ਕੈਨੇਡਾ ਦੇ ਵਿੱਚ ਜਾਣ ਲਈ, ਉਹਦੇ ਲਈ ਇਹਨੂੰ ਆਪਾਂ ਸਖਾਲਾ ਪ੍ਰੋਵਾਈਡ ਕਿਵੇਂ ਕਰ ਸਕਦੇ ਹਾਂ ਜੀ। ਅਸੀਂ ਕੁਝ ਟਾਈ ਅਪਸ ਕੀਤੇ ਕਾਲਜਿਸ ਨਾਲ, ਉਹਨਾਂ ਨਾਲ ਪ੍ਰੋਪਰ ਗੱਲਬਾਤ ਕੀਤੀ ਕਿ ਕਿੱਦਾਂ ਆਪਾਂ ਇਸ ਚੀਜ਼ ਨੂੰ ਪੋਸੀਬਲ ਕਰ ਸਕਦੇ ਹਾਂ। ਸਾਡੇ ਕੋਲ ਕਾਲਜਿਸ ਨੇ ਕੁਝ ਜੋ ਕਿ ਤੁਹਾਨੂੰ ਪ੍ਰੋਪਰ ਸਟੱਡੀ ਵੀਜ਼ਾ ਦਿੰਦੇ ਨੇ। ਸਟੱਡੀ ਵੀਜ਼ਾ ਦੀ ਜਿਹੜੀ ਤੁਹਾਡੀ ਪੜ੍ਹਾਈ 2 ਸਾਲ ਦੀ ਹੁੰਦੀ ਹੈ, ਉਹ ਤੋਂ ਬਾਅਦ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ। ਸੁਰਖਾਬ ਜੀ, ਇਹਨੂੰ ਵੇਚਿਆ ਜਾਂਦਾ। ਇੱਕ ਜਿਹੜਾ ਸਟੂਡੈਂਟ ਹੈ ਨਾ, ਉਹਨੇ ਕੈਨੇਡਾ ਜਾਣਾ ਹੈ, ਕੈਨੇਡਾ ਤਾਂ ਉਹਨੇ ਕੰਮ ਕਰਨ ਜਾਣਾ ਹੈ, ਕੈਨੇਡਾ ਜਾਣਾ ਹੈ ਉਹਨੇ ਸੈਟਲ ਹੋਣ, ਪਰ ਉਹਨੂੰ ਇਹ ਚੀਜ਼ ਵੇਚੀ ਜਾਂਦੀ ਹੈ
ਕੀ ਕਹਿ ਕੇ ਵੇਚੀ ਜਾਂਦੀ ਹੈ ਕਿ ਤੁਹਾਡੀ 2 ਸਾਲ ਦੀ ਪੜ੍ਹਾਈ 3 ਸਾਲ ਦਾ ਤੁਹਾਨੂੰ ਉੱਥੇ ਵਰਕ ਪਰਮਿਟ ਮਿਲੂਗਾ, ਕਮਾ ਲਓ ਜਿੰਨੇ ਪੈਸੇ ਕਮਾਣੇ ਨੇ, ਹੋ ਜਾਓ। ਉਸ ਤੋਂ ਬਾਅਦ PR ਲੈ ਲਓ, ਸੈਟਲ ਹੋ ਜਾਓ, 5 ਤੋਂ 6 ਸਾਲਾਂ 'ਚ ਤੁਹਾਨੂੰ PR ਮਿਲ ਜੂਗੀ ਤੇ ਤੁਸੀਂ ਸੈੱਟ ਹੋ ਜਾਓਗੇ। ਇਹ ਲੀਗਲ ਆ? ਇਹ ਦੇਖੋ ਪ੍ਰੋਪਰ ਲੀਗਲ ਹੈ। ਕੈਨੇਡਾ ਵੱਲੋਂ ਜੋ ਵੀ ਗਾਈਡਲਾਈਨਸ ਨੇ, IRCC ਦੀ ਗਾਈਡਲਾਈਨਸ ਨੇ, ਕਾਲਜਿਸ ਨੇ ਜਿਹੜੇ ਉਹ DLI ਲਿਸਟਡ ਹੁੰਦੇ ਨੇ, ਉਹ ਤੋਂ ਬਾਅਦ ਕਾਲਜਿਸ ਅਪਰੂਵਡ ਹੁੰਦੇ ਨੇ। ਕਿਸੇ ਕਾਲਜ ਦੇ ਵਿੱਚ 3 ਸਾਲ ਦਾ ਵਰਕ ਪਰਮਿਟ ਹੁੰਦਾ ਏ ਤੇ ਕਿਸੇ 'ਚ ਨਹੀਂ ਹੁੰਦਾ। ਮੋਸਟਲੀ ਜਿਹੜੇ ਪ੍ਰਾਈਵੇਟ ਕਾਲਜ ਨੇ ਉਹਨਾਂ ਦੇ ਵਿੱਚ ਵਰਕ ਪਰਮਿਟ ਨਹੀਂ ਹੁੰਦਾ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਏਜੰਟਸ ਵੱਲੋਂ ਸਟੂਡੈਂਟ ਨੂੰ ਇਹੀ ਕਹਿ ਕੇ ਭੇਜਿਆ ਜਾਂਦਾ ਹੈ ਕਿ ਭਾਈ 2 ਸਾਲ ਹੀ ਪੜ੍ਹਨਾ ਹੈ, ਉਸ ਤੋਂ ਬਾਅਦ ਤਾਂ ਤੂੰ ਕੰਮ ਹੀ ਕਰਨਾ ਹੈ, ਸੈਟਲ ਹੋ ਜਾਏਗਾ, PR ਲੈ ਲੇਗਾ। ਪਰ ਉਹਨਾਂ ਨੂੰ ਇਹੋ ਜਿਹੇ ਕਾਲਜ 'ਚ ਭੇਜਿਆ ਜਾਂਦਾ ਹੈ ਜਿੱਥੇ ਕਿ ਵਰਕ ਪਰਮਿਟ ਨਹੀਂ ਹੁੰਦਾ। ਜਿੱਥੇ ਨਹੀਂ ਵਰਕ ਪਰਮਿਟ ਹੁੰਦਾ ਤੇ ਉੱਥੇ ਜਾ ਕੇ ਵੀ ਜਿਹੜੀ ਚੁਆਇਸ ਆ, ਵੱਡੀ ਗੱਲ ਤਾਂ ਚੁਆਇਸ ਦੀ ਆਉਂਦੀ ਨਾ। ਤੁਸੀਂ ਕਹਿੰਦੇ ਹੋ ਕਿ ਏਜੰਟ ਉੱਥੇ ਭੇਜਦੇ ਨੇ, ਇਹ ਏਜੰਟ ਕਿਉਂ ਤੈਅ ਕਰਦਾ? ਵੱਡੀ ਗੱਲ ਤਾਂ ਇਹ ਹੈ। ਦੇਖੋ ਸੁਖਾਬ ਜੀ, ਹਮੇਸ਼ਾ ਹੀ ਆਪਾਂ ਛੋਟੇ ਹੁੰਦੇ ਤੋਂ ਦੇਖਦੇ ਹਾਂ ਕਿ ਆਪਾਂ ਨੂੰ ਘਰ ਦੇ ਸਿਖਾਉਂਦੇ ਨੇ ਜਾਂ ਆਪਣੇ ਜਿਹੜੇ ਵੱਡੇ ਨੇ ਉਹ ਆਪਾਂ ਨੂੰ ਸਿਖਾਉਂਦੇ ਨੇ ਕਿ ਭਾਈ ਤੇਰੇ ਦਿਲ 'ਚ ਜੋ ਤੈਨੂੰ ਠੀਕ ਲੱਗਦਾ ਤੂੰ ਉਹ ਕਰ। ਪਰ ਅੱਜ ਦਾ ਸਿਨੈਰੀਓ ਕੀ ਹੈ ਕਿ ਤੁਸੀਂ 12ਵੀਂ ਤੱਕ ਜੋ ਕਰਨਾ ਸੀ ਕਰ ਲਿਆ। ਤੁਹਾਨੂੰ ਆਰਟਸ ਵਧੀਆ ਲੱਗੀ, ਤੁਸੀਂ ਆਰਟਸ ਦੇ ਵਿੱਚ ਪੜ੍ਹ ਲਏ। ਤੁਹਾਨੂੰ ਕਮਰਸ ਵਧੀਆ ਲੱਗੀ, ਤੁਸੀਂ ਕਮਰਸ ਸਬਜੈਕਟ ਲੈ ਲਿਆ। ਤੁਹਾਨੂੰ ਨਾਨ ਮੈਡੀਕਲ ਸਟਰੀਮ ਚੰਗੀ ਲੱਗੀ, ਤੁਸੀਂ ਨਾਨ ਮੈਡੀਕਲ ਲੈ ਲਈ। ਜਾਂ ਤੁਸੀਂ ਡਾਕਟਰ ਬਣਨਾ ਚਾਹੁੰਦੇ ਸੀ, ਤੁਸੀਂ ਮੈਡੀਕਲ ਲੈ ਲਿਆ। ਉਸ ਤੋਂ ਬਾਅਦ ਜੇ ਤੁਸੀਂ ਸੋਚਦੇ ਹੋ ਕਿ ਮੈਂ ਵੱਧ ਪੜ੍ਹਾਈ ਕਰਨ ਲਈ, ਆਪਣੀ ਹਾਇਰ ਐਜੂਕੇਸ਼ਨ ਲਈ ਮੈਂ ਕੈਨੇਡਾ ਜਾਣਾ ਹੈ, ਮੈਂ UK ਜਾਣਾ ਹੈ, ਮੈਂ USA ਜਾਣਾ ਹੈ, ਤੁਸੀਂ ਸਹਾਰਾ ਲੈਂਦੇ ਹੋ ਏਜੰਟਸ ਦਾ। ਏਜੰਟਸ ਕੀ ਕਰਦੇ ਨੇ? ਏਜੰਟਸ ਤੁਹਾਨੂੰ ਵੱਡੀਆਂ ਐਡ ਦਿਖਾ ਕੇ ਆਪਣੇ ਕੋਲ ਬੁਲਾਉਂਦੇ ਨੇ। ਤੁਸੀਂ ਉਹਨਾਂ ਦੇ ਦਫ਼ਤਰ ਜਾਂਦੇ ਹੋ, ਤੁਸੀਂ ਕਹਿੰਦੇ ਹੋ ਜੀ ਮੈਂ ਕੈਨੇਡਾ ਜਾਣਾ। ਚਾਹੇ ਤੁਹਾਡੀ ਪ੍ਰੋਫਾਈਲ ਕੈਨੇਡਾ ਲਈ ਐਲੀਜੀਬਲ ਹੈਗੀ ਹੈ ਜਾਂ ਨਹੀਂ ਹੈਗੀ, ਤੁਹਾਨੂੰ ਗਾਈਡ ਪਤਾ ਕੀ ਕੀਤਾ ਜਾਂਦਾ? ਤੁਹਾਡੀ ਤਾਂ ਹਲੇ IELTS ਹੀ ਨਹੀਂ ਹੈਗੀ, ਤੁਸੀਂ ਕੈਨੇਡਾ ਨੇ ਜੀ, ਤੁਸੀਂ UK ਜਾਓ, ਤੁਸੀਂ ਵਿਦਆਊਟ IELTS USA ਕਰ ਲਓ। ਏਜੰਟ ਦਾ ਜਿੱਥੇ ਹੱਥ ਪੈਂਦਾ ਏਜੰਟ ਦੱਸਦਾ ਵੀ ਤੁਸੀਂ ਇੱਥੇ ਜਾਓ, ਕਿਉਂਕਿ ਏਜੰਟ ਉੱਥੇ ਭੇਜ ਸਕਦਾ ਹੈ, ਤਾਂ ਕਰਕੇ। ਬਿਲਕੁਲ, ਦੇਖੋ ਏਜੰਟ ਤੁਹਾਨੂੰ ਜਿਹੜਾ ਹੈਗਾ ਕੈਨੇਡਾ ਉਸ ਟਾਈਮ ਗਾਈਡ ਤਾਂ ਨਹੀਂ ਕਰਦਾ ਕਿਉਂਕਿ ਉੱਥੇ ਤੁਹਾਨੂੰ ਦੱਸਣਾ ਪੈਣਾ ਕਿ ਬ੍ਰਦਰ ਤੁਸੀਂ IELTS ਕਰ ਲਓ, ਜਾਂ ਮੇਰੀ ਭੈਣ ਬਣ ਕੇ ਤੂੰ IELTS ਦਾ ਪੇਪਰ ਦੇ 6 ਚ ਲੈ ਕੇ ਆ ਤਾਂ ਤੂੰ ਕੈਨੇਡਾ ਜਾ ਸਕਦੀ ਹੈ। ਉੱਥੇ ਪਤਾ 2-3 ਸਾਲ ਦਾ ਗੈਪ ਪੈ ਜਾਣਾ। ਜਿਹੜੀ ਕਮਾਈ ਹੈ ਉਹ ਬੱਚੇ ਤੋਂ 2-3 ਮਹੀਨੇ ਬਾਅਦ ਹੋਣੀ ਹੈ ਕਿਉਂਕਿ IELTS ਦਾ ਪੇਪਰ 2 ਮਹੀਨੇ 'ਚ ਕਲੀਅਰ ਹੋਣਾ। ਸੇਮ ਸਟੂਡੈਂਟਸ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਤੁਸੀਂ ਕੈਨੇਡਾ ਜਾਣਾ, ਤੁਸੀਂ ਐਲੀਜੀਬਿਲਟੀ ਪੂਰੀ ਕਰੋ ਆਪਣੀ। ਮੈਂ I ਵੀਜ਼ਾ ਇਮੀਗ੍ਰੇਸ਼ਨ ਦੀ ਗੱਲ ਕਰ ਲਾਂ, ਅਸੀਂ ਬਹੁਤ ਸਾਰੀ ਕੰਟਰੀ 'ਚ ਡੀਲ ਕਰਦੇ ਹਾਂ, ਬਟ ਸਟੂਡੈਂਟ ਨੂੰ ਹਮੇਸ਼ਾ ਉੱਥੇ ਭੇਜਦੇ ਹਾਂ ਜਿੱਥੇ ਲਈ ਉਹ ਐਲੀਜੀਬਲ ਹੈ ਤੇ ਜਿੱਥੇ ਉਹ ਜਾਣਾ ਚਾਹੁੰਦਾ। ਇਹ ਵੀ ਤੁਸੀਂ ਡਿਸਾਈਡ ਕਰਦੇ ਹੋ ਫਿਰ ਬਾਕੀਆਂ ਵਾਂਗੂ ਤਾਂ? ਬਿਲਕੁਲ ਜੀ, ਦੇਖੋ ਪ੍ਰੋਫਾਈਲ ਦੇ ਹਿਸਾਬ ਨਾਲ ਨਾ ਸਟੂਡੈਂਟ ਆ ਗਿਆ, ਉਹ ਕਹਿੰਦਾ ਜੀ ਮੈਂ ਕੈਨੇਡਾ ਜਾਣਾ, ਬਟ ਉਹਨੂੰ ਇਹ ਦੱਸਣਾ ਤਾਂ ਜ਼ਰੂਰੀ ਹੈ ਨਾ ਕਿ ਇਸ ਟਾਈਮ ਤੁਹਾਡੀ ਪ੍ਰੋਫਾਈਲ ਕੈਨੇਡਾ ਲਈ ਐਲੀਜੀਬਲ ਨਹੀਂ ਹੈਗੀ, ਉਹਦੇ ਲਈ IELTS ਕਰਨੀ ਪੈਣੀ ਹੈ। ਉੱਥੇ ਅਸੀਂ ਜ਼ੋਰ ਜ਼ਬਰਦਸਤੀ ਨਹੀਂ ਕਰਦੇ ਕਿ ਤੁਹਾਡਾ ਡ੍ਰੀਮ ਤਾਂ ਕੈਨੇਡਾ ਜਾਣਾ ਹੈ, ਪਰ ਤੁਸੀਂ ਐਂ ਕਰੋ ਜੀ UK ਦਾ ਵਿਦਆਊਟ IELTS ਚੱਲ ਰਿਹਾ, ਜਾਂ ਫਿਰ ਅੱਜ ਕੱਲ੍ਹ USA ਦੇ ਬੜੇ ਵੀਜ਼ੇ ਆ ਰਹੇ ਨੇ, ਆਜੋ ਜੀ USA ਅਪਲਾਈ ਕਰ ਲਓ। ਇਹ ਬੜੀ ਸੁਖਵਿੰਦਰ ਜੀ ਇੱਕ ਨਾ ਭੇਡ ਚਾਲ ਹੈ। ਅਸੀਂ ਜੇਕਰ ਗੱਲ ਕਰੀਏ ਕਿ ਦੇਖੋ ਜੀ 10 ਵੀਜ਼ੇ ਕੈਨੇਡਾ ਦੇ ਰਿਫਿਊਜ਼ ਹੋ ਗਏ ਤਾਂ UK ਚਲੇ ਜਾਓ, ਹਾਂਜੀ UK ਦੇ ਹੋ ਗਏ ਤਾਂ ਆਸਟ੍ਰੇਲੀਆ ਚਲੇ ਜਾਓ। ਇਹ ਇੱਕ ਟ੍ਰੈਂਡ ਜਿਹਾ ਸੈੱਟ ਕਰ ਦਿੰਦੇ ਨੇ, ਇਮੀਗ੍ਰੇਸ਼ਨ ਵਾਲੇ ਕਰਦੇ ਨੇ ਕਿ ਇਹ ਤਾਂ ਦੇਖੋ ਉਹ ਚੀਜ਼ ਹੈ ਵੀ ਆਪਾਂ ਕਹੀਏ ਵੀ ਆਪਾਂ ਨੂੰ ਇੱਕੋ ਚੀਜ਼ ਆਂਦੀ ਹੈ, ਠੀਕ ਹੈ, ਬਟ ਉਹ ਚੀਜ਼ ਦੇ ਵਿੱਚ ਜਦੋਂ ਰਿਜ਼ਲਟ ਆਣੇ ਬੰਦ ਹੋ ਗਏ ਆਪਾਂ ਦੂਜੀ ਦੇਖ ਲੈਂਦੇ ਹਾਂ। ਸਟੂਡੈਂਟ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਹੈਗਾ ਜੀ, ਉਹਦੇ ਫਿਊਚਰ ਦਾ ਕੋਈ ਫਿਕਰ ਨਹੀਂ, ਉਹਨੇ ਆਪਣੇ ਮਨ 'ਚ ਕੀ ਸੋਚਿਆ ਹੈ, ਕਿੱਥੇ ਜਾਣਾ ਹੈ, ਉਸ ਚੀਜ਼ ਦਾ ਕਿਸੇ ਨੂੰ ਕੋਈ ਫਿਕਰ ਨਹੀਂ। ਉਹਨੇ ਕਿਹੜੇ ਕਾਲਜ ਜਾਣਾ, ਕਿਹੜਾ ਉਹਨੇ ਕੋਰਸ ਲੈਣਾ, ਉਹਦਾ ਏਜੰਟ ਨੂੰ ਕੋਈ ਮਤਲਬ ਨਹੀਂ। ਏਜੰਟ ਨੇ ਦੇਖਣਾ ਵੀਜ਼ੇ ਕਿੱਥੋਂ ਆ ਰਹੇ ਨੇ, ਉਹਨੇ ਉਹੀ ਚੀਜ਼ ਲੈ ਕੇ ਕਿਸੇ ਨਾ ਕਿਸੇ ਚੈਨਲ ਤੇ ਬਹਿ ਜਾਣਾ ਹੈ। ਫੇਸਬੁੱਕ ਤੇ 10-20,000 50,000 ਦੀ ਐਡਾਂ ਸ਼ੁਰੂ ਹੋ ਜਾਣੀਆਂ ਨੇ, YouTube ਤੇ ਪ੍ਰਮੋਸ਼ਨਾਂ ਸਟਾਰਟ ਹੋ ਜਾਣੀਆਂ ਨੇ, ਤੇ ਤੁਹਾਨੂੰ ਕੀ ਲੱਗਦਾ? ਤੁਹਾਨੂੰ ਉਹੀ ਚੀਜ਼ ਲੱਗਦੀ ਹੈ ਜੋ ਉਹ ਤੁਹਾਨੂੰ ਦਿਖਾਣੀ ਚਾਹੁੰਦੇ ਨੇ। ਤੁਸੀਂ ਉਹੀ ਚੀਜ਼ ਦੇਖਦੇ ਹੋ ਜਿਹੜੀ ਕਿ ਇੱਕ ਏਜੰਟ ਤੁਹਾਨੂੰ ਦਿਖਾਣਾ ਚਾਹੁੰਦਾ ਹੈ ਕਿ ਹਾਂਜੀ ਅੱਜ USA ਦੇ ਬੜੇ ਵੀਜ਼ੇ ਲੱਗ ਰਹੇ ਆ। ਉਹ ਤੁਸੀਂ ਐ ਨਹੀਂ ਦੇਖਦੇ ਜਿਹੜਾ USA ਦਾ ਵੀਜ਼ਾ ਫੜ ਕੇ ਬੈਠਾ ਨਾ ਉਹ 2 ਸਾਲ ਪੁਰਾਣਾ ਏ, ਤੁਹਾਨੂੰ ਕੋਈ ਨਹੀਂ ਦਿਖਾਉਂਦਾ। ਜਾਂ ਤਾਂ ਜ਼ੂਮ ਕਰਕੇ ਦਿਖਾਓ, I ਵੀਜ਼ਾ ਇਮੀਗ੍ਰੇਸ਼ਨ ਵਾਂਗ ਬੰਦੇ ਦੀ ਲਾਈਵ ਇੰਟਰਵਿਊ ਕਰਵਾਓ ਕਿ ਹਾਂਜੀ ਆਹ ਦੇਖੋ ਜੀ ਇਹਦਾ ਵੀਜ਼ਾ ਆਇਆ, ਇਹਦੀ ਇੰਨੇ ਮਿੰਟ ਇੰਟਰਵਿਊ ਚੱਲੀ ਹੈ, ਇਹਦੀ ਆਹ ਪ੍ਰੋਫਾਈਲ ਸੀਗੀ, ਇਹਦੇ IELTS ਤੋਂ ਇੰਨੇ ਬੈਂਡ ਸੀ, IELTS ਕੀਤੀ ਸੀ ਕਿ ਨਹੀਂ ਕੀਤੀ ਸੀ, ਜਾਂ ਤਾਂ ਉਹ ਚੀਜ਼ ਕਰਕੇ ਦਿਖਾਓ। ਪਰ ਤੁਸੀਂ ਇੱਕ ਬਹਿ ਕੇ ਜੀ ਟੇਬਲ ਤੇ 5-6 ਵੀਜ਼ੇ ਲੈ ਕੇ ਕਿ ਅੱਜ ਜੀ USA ਆ ਰਿਹਾ ਤਾਂ USA ਚੱਲੋ, ਠੀਕ ਹੈ USA ਦੇ ਵੀਜ਼ੇ ਆ ਰਹੇ ਨੇ, ਠੀਕ ਹੈ ਆ ਰਹੇ ਨੇ, ਬਟ ਤੁਸੀਂ ਪ੍ਰੋਫਾਈਲ ਵੀ USA ਵਾਲੀ ਉਹ ਫੜੋ ਨਾ।
ਤੁਸੀਂ ਇੱਕ ਜਿਹੜਾ ਬੱਚਾ ਕੈਨੇਡਾ ਲਈ ਐਲੀਜੀਬਲ ਹੈ, ਜਿਹੜਾ ਬੱਚਾ ਯੂਕੇ ਜਾ ਸਕਦਾ ਹੈ, ਜਾਂ ਜਿਹੜੇ ਬੱਚੇ ਦਾ ਸੁਪਨਾ ਹੈ ਕਿ ਮੇਰੇ ਰਿਸ਼ਤੇਦਾਰ ਆਸਟ੍ਰੇਲੀਆ ਨੇ, ਆਸਟ੍ਰੇਲੀਆ 'ਚ ਬੰਦ ਹੈ, ਤੁਸੀਂ 1 ਸਾਲ 2 ਸਾਲ ਦੇ ਬੰਦ ਪਿੱਛੇ ਉਹ ਬੱਚੇ ਨੂੰ ਮਤਲਬ ਉਹਨੇ ਆਪਣੇ ਰਿਸ਼ਤੇਦਾਰਾਂ ਕੋਲ ਜਾਣਾ ਸੀ, ਉਹਨੂੰ ਤੁਸੀਂ ਬਿਲਕੁਲ ਹੀ ਅਲੱਗ ਕਰਤਾ, ਤੁਸੀਂ ਉਹਨੂੰ ਭੇਜ ਹੀ ਕਿਤੇ ਹੋਰ ਦਿੱਤਾ। ਇਹ ਕਿਤੇ ਨਾ ਕਿਤੇ ਚਲੋ ਕਮਾਈ ਦਾ ਸਾਧਨ ਆ, ਤੁਸੀਂ ਆਪ ਇਹ ਗੱਲ ਕਹਿ ਰਹੇ ਹੋ ਵੀ ਜਿਹੜੀ ਕਮਾਈ 2-3 ਮਹੀਨੇ ਬਾਅਦ ਆਉਣੀ ਆ ਉਹ ਹੁਣੇ ਆਵੇ, ਗਾਹਕ ਤਾਂ ਫਿਰ ਕੋਈ ਵੀ ਨਹੀਂ ਜਾਣ ਦਿੰਦਾ ਨਾ। ਦੇਖੋ ਸੁਰਖਾਬ ਜੀ, ਇਹ ਗੱਲ ਬਿਲਕੁਲ ਸਹੀ ਹੈ, ਇਹ ਬਿਜ਼ਨਸ ਨੇ, ਇਹ ਦੁਕਾਨਾਂ ਖੁੱਲੀਆਂ ਨੇ, ਗਾਹਕ ਸਾਰਿਆਂ ਲਈ ਇੰਪੋਰਟੈਂਟ ਹੈ, ਪਰ ਉਸ ਤੋਂ ਜ਼ਿਆਦਾ ਇੰਪੋਰਟੈਂਟ, ਉਸ ਤੋਂ ਵੱਡੀ ਗੱਲ ਇਹ ਹੈ ਕਿ ਇਨਸਾਨੀਅਤ, ਤੁਹਾਡੇ 'ਚ ਇਨਸਾਨੀਅਤ ਹੋਣੀ ਚਾਹੀਦੀ ਹੈ। ਗਾਹਕ ਸਮਝ ਕੇ ਤੁਸੀਂ ਇੱਕ ਸਟੂਡੈਂਟ ਦੀ ਫਾਈਲ ਫੜ ਲਈ, ਤੁਸੀਂ ਉਹਦਾ ਫਿਊਚਰ ਖਰਾਬ ਕਰਤਾ, ਉਹ ਵਿਚਾਰਾ ਸਾਲ 2 ਸਾਲ ਤਾਂ ਤੁਹਾਡੇ 'ਚ ਉਲਝਿਆ ਰਿਹਾ, ਫੰਡ ਨਵੇਂ ਕਰ ਲਓ, ਫੰਡ ਪੁਰਾਣੇ ਕਰ ਲਓ, ਇੱਥੋਂ ਰਿਫਿਊਜ਼ਲ ਆ ਗਈ ਇੱਥੇ ਕਰ ਲਓ। ਕਿਉਂ ਨਾ ਉਹਨੂੰ ਪਹਿਲੀ ਵਾਰ 'ਚ ਬਿਲਕੁਲ ਸਹੀ ਗਾਈਡ ਕੀਤਾ ਜਾਵੇ ਕਿ ਬ੍ਰਦਰ ਤੂੰ USA ਨਹੀਂ ਜਾ ਸਕਦਾ, ਤੇਰੇ ਤੋਂ ਇੰਟਰਵਿਊ ਕਲੀਅਰ ਨਹੀਂ ਹੋਣਾ, ਤੂੰ ਬੈਂਡ ਠੀਕ ਹੈ, ਤੇਰੇ 6 ਓਵਰਆਲ ਬੈਂਡ ਨੇ, ਪਰ ਤੇਰੇ ਸਪੀਕਿੰਗ 'ਚੋਂ 5 ਬੈਂਡ ਨੇ, ਤੂੰ USA ਨਹੀਂ ਜਾ ਸਕਦਾ, ਤੈਨੂੰ ਲੱਗਦਾ ਨਾ ਕਿ ਤੂੰ ਕੌਨਫੀਡੈਂਟ ਨਹੀਂ ਹੈਗਾ, ਤਾਂ ਪਲੀਜ਼ USA ਨਾ ਅਪਲਾਈ ਕਰ, ਤੇਰੀ ਸਰਵਿਸ ਫੀਸ, ਤੇਰੀ ਐਮਬੈਸੀ ਫੀਸ ਜਾਂ ਤੇਰੇ ਜਿਹੜੇ ਫੰਡਾਂ ਦੇ ਪੈਸੇ ਤੂੰ ਕਿਤੋਂ ਲੈ ਕੇ ਅਰੇਂਜ ਕਰੇਗਾ ਉਹ ਬਚ ਜਾਣਗੇ। ਇਹ ਨਾਲੋਂ ਬੈਟਰ ਹੈ ਕਿ ਤੂੰ ਕੋਈ ਐਦਾਂ ਦੀ ਕੰਟਰੀ ਅਪਲਾਈ ਕਰ, ਕੋਈ ਸ਼ੈਨਗਨ ਵੀਜ਼ਾ ਲੈ ਲੈ, ਜਾਂ ਤੂੰ ਇਹਨਾਂ ਬੈਟਰ ਹੈ ਕਿ ਤੂੰ ਕੈਨੇਡਾ ਅਪਲਾਈ ਕਰ ਲੈ ਆਇਲਸ ਦਾ ਬੈਂਡ ਇੰਪਰੂਵ ਕਰਕੇ। ਇੱਕ ਰਿਫਿਊਜ਼ਲ ਨਾਲੋਂ ਤਾਂ ਵਧੀਆ ਹੈ ਨਾ ਕਿ ਤੁਸੀਂ ਪਹਿਲੀ ਵਾਰ ਕਿਸ ਕੰਟਰੀ 'ਚ ਅਪਲਾਈ ਕਰ ਰਹੇ ਹੋ, ਉੱਥੋਂ ਤੁਸੀਂ ਪਹਿਲੀ ਵਾਰ ਵੀਜ਼ਾ ਲਵੋ। ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਜਦੋਂ ਤੁਸੀਂ ਇੱਕ ਵਾਰ ਸਾਡੇ ਦਫ਼ਤਰ ਆ ਗਏ, ਅਸੀਂ ਤੁਹਾਡੇ ਡਾਕੂਮੈਂਟ ਦੇਖ ਲਏ, ਤਾਂ ਤੁਹਾਨੂੰ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਹੀ ਗਾਈਡ ਕੀਤਾ ਜਾਵੇ। ਤੁਹਾਡਾ ਸੁਪਨਾ ਹੈ ਤਾਂ ਪ੍ਰੋਫਾਈਲ ਨੂੰ ਉਸ ਲੈਵਲ ਤੱਕ ਲੈ ਕੇ ਜਾਓ। ਤੁਹਾਡਾ ਸੁਪਨਾ ਹੈ ਕੈਨੇਡਾ ਜਾਣ ਦਾ, ਠੀਕ ਹੈ ਜੀ, ਆਪਣੀ ਪ੍ਰੋਫਾਈਲ ਨੂੰ ਉਸ ਲੈਵਲ ਤੱਕ ਲੈ ਕੇ ਜਾਓ। ਤੁਸੀਂ USA 'ਚ 5 ਸਾਲ ਦਾ F1 ਵੀਜ਼ਾ ਲੈਣਾ ਚਾਹੁੰਦੇ ਹੋ, ਪਰ ਸਪੀਕਿੰਗ ਮਾੜੀ ਹੈ, ਠੀਕ ਹੈ, ਲਾਓ 2 ਮਹੀਨੇ, ਆਪਣੀ ਸਪੀਕਿੰਗ ਨੂੰ ਉਸ ਲੈਵਲ ਤੱਕ ਲੈ ਕੇ ਜਾਓ ਕਿ ਤੁਸੀਂ ਕੰਫਰਟੇਬਲ ਇੰਟਰਵਿਊ ਕਰੈਕ ਕਰ ਲਓ। ਸੁਖਵਿੰਦਰ ਜੀ, ਤੁਸੀਂ ਕਹਿ ਰਹੇ ਹੋ ਕਿ ਪ੍ਰੋਫਾਈਲ ਨੂੰ ਸਟੂਡੈਂਟ ਲੈ ਕੇ ਜਾਵੇ, ਅੱਜ ਕੱਲ ਤਾਂ ਏਜੰਟ ਵੀ ਬੈਠੇ ਨੇ ਪ੍ਰੋਫਾਈਲ ਨੂੰ ਉੱਪਰ ਲੈ ਕੇ ਜਾਣ ਵਾਲੇ। ਦੇਖੋ ਜੀ ਸੁਰਖਾਬ, ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ, ਏਜੰਟ ਬਥੇਰੇ ਨੇ ਜੀ, ਬਸ ਤੁਸੀਂ ਕਾਗਜ਼ ਦੇ ਦਿਓ, ਪਾਸਪੋਰਟ ਦੇ ਦਿਓ। ਕਾਗਜ਼ ਵੀ ਨਹੀਂ, ਅਗਲਾ ਕਹਿੰਦਾ ਪੈਸੇ ਦੇ ਦਿਓ, ਮੈਂ ਕਾਗਜ਼ ਤਿਆਰ ਕਰਵਾ ਦਿੰਦਾ ਆ। ਇਹੀ ਗੱਲ ਤਾਂ ਦੇਖੋ ਜੀ, ਆਪਾਂ ਜਿਹੜੇ ਪੰਜਾਬੀ ਆ ਇਸੇ ਚੀਜ਼ ਦੇ ਤਾਂ ਮਾਰੇ ਆ, ਮੁਫਤ ਬਿਜਲੀ ਦੇ ਦਿਓ, ਮੁਫਤ ਆਹ ਦੇ ਦਿਓ। ਦੇਖੋ ਜੀ, ਫ੍ਰੀ ਕੁਛ ਨਹੀਂ ਹੁੰਦਾ, ਕੋਈ ਵੀ ਲੰਚ ਤੁਹਾਡੀ ਲਾਈਫ 'ਚ ਫ੍ਰੀ ਨਹੀਂ ਹੈਗਾ। ਜੇ ਤੁਸੀਂ ਕਿਤੇ ਬੈਠੇ ਹੋ, ਕੋਈ ਬੰਦਾ ਤੁਹਾਨੂੰ ਫ੍ਰੀ ਚੀਜ਼ ਦੇ ਰਿਹਾ ਨਾ, ਤਾਂ ਉਹ 'ਚ ਉਹਦਾ ਕਿਤੇ ਨਾ ਕਿਤੇ ਫਾਇਦਾ ਏ, ਉਹ ਚਾਹੇ ਬਾਅਦ 'ਚ ਹੋ ਜਾਵੇ ਜਾਂ ਉਹ ਪਹਿਲਾਂ ਹੀ ਤੁਹਾਡੇ ਤੋਂ ਕੋਈ ਨਾ ਕੋਈ ਪੈਸੇ ਲੈ ਲਵੇ। ਫੇਕ ਡਾਕੂਮੈਂਟ ਦੀ ਜ਼ਿੰਦਗੀ ਸਿਰਫ ਓਨੀ ਕੁ ਹੁੰਦੀ ਹੈ ਜਿੰਨੀ ਕੁ ਇੱਕ ਪਾਣੀ ਵਾਲੇ ਗੁਬਾਰੇ ਦੀ ਕੋਈ ਮਾੜੀ ਜਿਹੀ ਤਿੱਖੀ ਚੀਜ਼ ਲੱਗੀ ਨਹੀਂ, ਤੁਹਾਡੀ ਲਾਈਫ ਖਤਮ। ਖੁਦਾ ਨਾ ਖਾਸਤਾ ਤੁਸੀਂ ਫੇਕ ਡਾਕੂਮੈਂਟ ਤੇ ਕਿਸੇ ਕੰਟਰੀ 'ਚ ਚਲੇ ਗਏ, ਤੁਸੀਂ ਉੱਥੇ ਲਾਈਫ ਸੈੱਟ ਕਰ ਲਈ, ਤੁਸੀਂ ਵਰਕ ਪਰਮਿਟ ਤੇ ਹੋ ਗਏ, ਤੁਹਾਡੀ ਲਾਈਫ ਬਣ ਗਈ, ਵਿਆਹ ਕਰਾ ਲਿਆ, ਬੱਚੇ ਹੋ ਗਏ, PR ਅਪਲਾਈ ਕਰਨ ਲੱਗੇ ਨਾ, ਜਦੋਂ ਡਾਕੂਮੈਂਟ ਫੇਕ ਨਿਕਲਿਆ ਆ, ਅਗਲੇ ਨੇ ਚੱਕ ਕੇ ਪਰਾਂ ਮਾਰਨਾ, ਵਾਪਸ ਭੇਜ ਦੇਣਾ ਉਹੀ ਕੰਟਰੀ ਦੇ ਜਿੱਥੋਂ ਤੁਸੀਂ ਆਏ ਹੋ, ਤੇ ਇੱਥੇ ਆ ਕੇ ਨਾ ਜੌਬ ਕਰਨ ਨੂੰ ਦਿਲ ਕਰਨਾ, ਨਾ ਕੋਈ ਕੰਮ ਕਰਨ ਨੂੰ ਦਿਲ ਕਰਨਾ, ਕਿਉਂਕਿ ਜਵਾਕ ਤੇ ਘਰ ਵਾਲੀ ਉੱਥੇ ਬੈਠੇ ਹੋਣਗੇ। LMIA ਦੀ ਗੱਲ ਕਰ ਲਈਏ ਆਪਾਂ, ਜਿੱਥੋਂ ਸ਼ੁਰੂਆਤ ਕੀਤੀ ਸੀ, ਪ੍ਰੋਫਾਈਲ ਦੀ ਗੱਲ ਹੋ ਰਹੀ ਹੈ। ਪ੍ਰੋਫਾਈਲ ਕਿੰਨੀ ਕੁ ਸਟਰੋਂਗ ਚਾਹੀਦੀ ਆ, ਤੁਸੀਂ ਜਿਸ ਤਰੀਕੇ ਦਾ ਦਾਅਵਾ ਕਰ ਰਹੇ ਹੋ, ਕਿਉਂਕਿ ਦਾਅਵੇ ਕੈਮਰੇ ਤੇ ਆ ਕੇ ਕਰਨੇ ਬਹੁਤ ਸੌਖੇ ਆ ਸੁਖਵਿੰਦਰ ਜੀ, ਰੀਅਲ ਤੇ ਜ਼ਮੀਨੀ ਪੱਧਰ ਤੇ ਕੰਮ ਕਰਨਾ ਕੁਝ ਹੋਰ ਹੁੰਦਾ ਆ। ਜੇਕਰ ਅੱਜ ਬੈਠੇ ਆ ਤਾਂ ਜ਼ਰੂਰ ਇਹ ਦੱਸਿਆ ਜਾਵੇ ਕਿ ਕੱਲ ਨੂੰ ਤੁਹਾਡੇ ਕੋਲ ਕੋਈ ਗਾਹਕ, ਤੁਹਾਡਾ ਮੈਂ ਗਾਹਕ ਹੀ ਕਹੂੰਗਾ, ਤੁਹਾਡੇ ਕੋਲ ਆਉਂਦਾ ਆ ਤਾਂ ਇਸ ਤਰੀਕੇ ਨਾਲ ਆਵੇ ਵੀ ਆਪਣੀ ਪ੍ਰੋਫਾਈਲ ਪਹਿਲਾਂ ਹੀ ਦੇਖ ਕੇ ਆਵੇ। ਸੁਖਾਬ ਜੀ ਦੇਖੋ, ਇਹ ਕੋਈ ਬਹੁਤ ਵੱਡੀ ਰਾਕਟ ਸਾਇੰਸ ਨਹੀਂ ਹੈਗੀ, ਜਾਂ ਆਪਾਂ ਇਹਦੇ ਲਈ ਬਹੁਤ ਵੱਡੀਆਂ ਪ੍ਰੋਫਾਈਲਸ ਨਹੀਂ ਚਾਹੀਦੀਆਂ। ਏਜੰਟਾਂ ਨੇ ਬਣਾਤੀ ਜੀ, ਏਜੰਟ ਜਿਵੇਂ ਸਰਕਾਰਾਂ ਨੇ ਉਲਝਾ ਕੇ ਰੱਖਿਆ ਹੋਇਆ, ਉਵੇਂ ਏਜੰਟ ਵੀ ਉਲਝਾ ਕੇ ਰੱਖਦੇ ਆ। ਬਿਲਕੁਲ ਜੀ, ਦੇਖੋ ਏਜੰਟਾਂ ਦਾ ਕੰਮ ਹੈ, ਜਿੰਨਾ ਉਲਝਾਣਗੇ ਉਨੀ ਕਮਾਈ ਵੱਧ, ਜਿੰਨਾ ਡਰਾਣਗੇ ਉਨੇ ਪੈਸੇ ਵੱਧ। ਇਹ ਡਾਕਟਰ ਹੋ ਗਏ, ਏਜੰਟ ਹੋ ਗਏ, ਵਕੀਲ, ਇਹਨਾਂ ਦਾ ਕੰਮ ਹੀ ਡਰਾਵੇ ਦਾ। ਸਟੂਡੈਂਟ ਪੈਸਾ ਹੀ ਏਜੰਟ ਨੂੰ ਤਾਂ ਦਿੰਦਾ ਹੈ ਜਦੋਂ ਏਜੰਟ ਉਹਨੂੰ ਡਰਾਉਂਦਾ ਏ। ਕਿਵੇਂ? ਤੇਰੇ ਕੋਲ ਤਾਂ ਫੰਡ ਨਹੀਂ ਹੈਗੇ, ਤੇਰਾ ਤਾਂ ਗੈਪ ਪੈ ਗਿਆ, ਤੇਰੀ ਤਾਂ ਪਰਸੈਂਟੇਜ ਘੱਟ ਹੈ, ਤੇਰੇ ਤਾਂ ਬੈਂਡ ਨਹੀਂ ਹੈਗੇ, ਕੋਈ ਨਹੀਂ ਅਸੀਂ ਬੈਠੇ ਹਾਂ, ਅਸੀਂ ਕਰਾ ਦਾਂਗੇ। ਬਟ ਇਹ ਸਾਰੀਆਂ ਗੱਲਾਂ ਤੁਹਾਡੇ ਤੇ ਡਿਪੈਂਡ ਕਰਦੀਆਂ ਕਿ ਤੁਸੀਂ ਆਪਣੀ ਪ੍ਰੋਫਾਈਲ ਨੂੰ ਲੈ ਕੇ ਕਿੰਨਾ ਕੌਨਫੀਡੈਂਟ ਹੋ। ਤੁਹਾਡੇ ਠੀਕ ਹੈ, ਤੁਹਾਡੀ ਪਰਸੈਂਟੇਜ ਘੱਟ ਹੈ, 12ਵੀਂ 'ਚ ਪਰਸੈਂਟੇਜ ਘੱਟ ਹੈ, ਨਹੀਂ ਬਦਲ ਸਕਦੇ, ਨਾ ਤੁਸੀਂ ਕੁਝ ਕਰ ਸਕਦੇ ਹੋ, ਨਾ ਮੈਂ ਕੁਝ ਕਰ ਸਕਦਾ, ਨਾ ਜਿਹੜੇ ਤੀਜੇ ਬੰਦੇ ਕੋਲ ਤੁਸੀਂ ਫਾਈਲ ਲੈ ਕੇ ਜਾਓਗੇ ਨਾ ਉਹ ਕਰ ਸਕਦਾ। ਪਰ ਉਹ ਇੱਕ ਗੱਲ ਕਰ ਸਕਦਾ, ਤੁਹਾਡੀ 12ਵੀਂ ਫੇਕ ਬਣਾ ਦੂਗਾ, ਉਹ 'ਚ ਲਾਈਫ ਤੁਹਾਡੀ ਖਰਾਬ ਹੋਊਗੀ। ਪ੍ਰੋਫਾਈਲਾਂ ਬਣਾਉਣਾ ਕੋਈ ਜ਼ਿਆਦਾ ਵੱਡਾ ਹੋ ਨਹੀਂ ਹੈਗਾ, ਬਟ ਗੱਲ ਫੇਰ ਉਹੀ ਹੈ ਕਿ ਜਦੋਂ ਤੁਹਾਡਾ ਗੁਬਾਰਾ ਫਟਦਾ ਹੈ ਨਾ ਤਾਂ ਤੁਸੀਂ ਜ਼ੀਰੋ ਹੋ ਜਾਂਦੇ ਹੋ। ਮਾਪਦੰਡ ਕੀ ਨੇ? ਪ੍ਰੋਫਾਈਲ ਫੇਕ ਬਣਾਉਣ ਦੇ ਵਿੱਚ ਤਾਂ ਕੋਈ ਮਾਪਦੰਡ ਨਹੀਂ ਹੁੰਦਾ, ਉਹ ਤਾਂ ਸਿਰਫ ਜਾਲੀ ਕੰਮ ਹੁੰਦਾ ਹੈ। ਅਸਲੀਅਤ ਜਿਹੜੀ ਅਸਲੀ ਪ੍ਰੋਫਾਈਲ ਹੈ ਉਹਦੇ ਮਾਪਦੰਡ ਕੀ ਹੈ? ਕਿੰਨੇ ਬੈਂਡ ਚਾਹੀਦੇ, ਕੀ ਸਕੋਰ ਚਾਹੀਦਾ? ਸਾਰਾ ਜੋ ਇੱਕ ਨਾਰਮਲ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਲੈਣ ਲਈ
ਰਿਕੁਆਇਰਮੈਂਟ ਨੇ ਇਸ ਦੇ ਲਈ ਵੀ ਉਹੀ ਰਿਕੁਆਇਰਮੈਂਟ ਨੇ। ਤੁਸੀਂ ਸਿੰਪਲ ਪੜਨ ਜਾਣਾ ਹੈ ਕੈਨੇਡਾ 'ਚ, ਤੁਹਾਡਾ ਸਟੱਡੀ ਵੀਜ਼ਾ ਲੱਗੂਗਾ, ਬਟ ਜਿਹੜੀ ਸਟੱਡੀ ਤੁਸੀਂ 2 ਸਾਲ 'ਚ ਕੰਪਲੀਟ ਕਰਨੀ ਸੀ ਉਹ ਸਟੱਡੀ ਤੁਹਾਡੀ ਸਿਰਫ ਔਰ ਸਿਰਫ 8 ਮਹੀਨੇ 'ਚ ਕੰਪਲੀਟ ਕਰਾਈ ਜਾਊਗੀ। ਜਿਹੜੇ ਸਾਲ ਦੇ 4 ਮਹੀਨੇ ਰਹਿ ਜਾਣਗੇ ਉਹਦੇ ਵਿੱਚ ਤੁਹਾਡੀ ਪੇਡ ਇੰਟਰਨਸ਼ਿਪ ਲੱਗੂਗੀ। ਉਸ ਇੰਟਰਨਸ਼ਿਪ ਤੋਂ ਬਾਅਦ ਜਿਸ ਐਮਪਲੋਇਰ ਕੋਲ ਤੁਸੀਂ ਉਹ ਇੰਟਰਨਸ਼ਿਪ ਲਗਾਈ ਹੈ ਉਹੀ ਐਮਪਲੋਇਰ ਤੁਹਾਨੂੰ ਵਰਕ ਪਰਮਿਟ ਦੇਗਾ। ਉਹ ਤੁਹਾਡੀ LMIA ਅਪਲਾਈ ਕਰੂਗਾ। LMI ਦਾ ਤੁਸੀਂ ਕੋਈ ਬਹੁਤ 5 ਲੱਖ 10 ਲੱਖ ਜਾਂ 20 ਲੱਖ ਨਹੀਂ ਦੇਣਾ। ਜਿਹੜੀ LMI ਦੀ ਐਕਚੁਅਲ ਕਾਸਟ ਹੈ $1000 ਤੁਸੀਂ ਉਹੀ ਪੇ ਕਰਨੀ ਹੈ, ਤੇ ਉਹ ਤੁਸੀਂ EMPLOYER ਨੂੰ ਉਦੋਂ ਪੇ ਕਰਨੀ ਹੈ ਜਦੋਂ ਤੁਹਾਡੀ LMI ਅਪਲਾਈ ਕਰੂਗਾ। ਸੁਖਵਿੰਦਰ ਜੀ, ਇਹ ਅਮਾਉਂਟ ਤੁਸੀਂ ਹੁਣ ਸਾਹਮਣੇ ਦੱਸ ਰਹੇ ਹੋ ਕਿ $1000 ਉਹ ਪੇਮੈਂਟ ਉਹਦੀ ਕਿ ਅਮਾਉਂਟ ਹੈ, ਪਰ ਜਦੋਂ ਸੁਣਦੇ ਆ, ਜਦੋਂ ਤੁਸੀਂ ਖੁਦ ਇਹ ਗੱਲ ਕਹੀ ਕਿ 25 ਲੱਖ 40 ਲੱਖ ਰੁਪਏ ਮੰਗਿਆ ਗਿਆ ਆ, ਦਿੱਤਾ ਵੀ ਗਿਆ ਹੋਊਗਾ ਲੋਕਾਂ ਵੱਲੋਂ ਜੀ, ਐਡਾ ਓਲਾ ਕਿਵੇਂ ਆ ਫਿਰ ਇਸ ਚੀਜ਼ ਦਾ? ਦੇਖੋ ਸੁਰਖਾਬ ਜੀ, $1000 ਦੇ ਪਿੱਛੇ ਵੀ ਓਲਾ ਤਾਂ ਹੋਊਗਾ ਕੋਈ ਨਾ ਕੋਈ। ਨਹੀਂ ਦੇਖੋ ਓਲਾ ਕੋਈ ਨਹੀਂ, ਇਹ ਇੱਕ ਸਰਕਾਰੀ ਫੀਸ LMI ਦੀ ਜੋ ਹੈਗੀ ਹੈ, ਤੇ ਜਿੱਥੇ ਆਪਾਂ 25 ਲੱਖ 50 ਲੱਖ ਦੀ ਗੱਲ ਕਰਦੇ ਆ ਉੱਥੇ ਉਹ ਓਲਾ ਸਿਰਫ ਔਰ ਸਿਰਫ ਤਾਂ ਹੈ ਤੁਸੀਂ ਕਿਵੇਂ ਦੇ ਬੰਦੇ ਕੋਲ ਜਾਂਦੇ ਹੋ ਜਿਹੜਾ ਕਿ ਡਾਇਰੈਕਟ EMPLOYER ਹੈ ਹੀ ਨਹੀਂ, ਜਿਹੜਾ ਕਿ ਵਿੱਚ ਕੋਈ ਨਾ ਕੋਈ ਏਜੰਟ ਹੈ, ਉਹਦੇ ਅੱਗੇ ਵੀ ਕੋਈ ਏਜੰਟ ਹੈ, ਉਹਦੇ ਅੱਗੇ ਵੀ ਕੋਈ ਏਜੰਟ ਹੈ। ਜੇ ਇੱਕ ਕਾਲਜ ਤੁਹਾਨੂੰ ਡਾਇਰੈਕਟ ਜੌਬ ਲਵਾ ਦੇਵੇ ਜਿੱਥੋਂ ਤੁਹਾਡੀ LMI ਆਣੀ ਹੈ ਤਾਂ ਉਸ ਤੋਂ ਵਧੀਆ ਚੀਜ਼ ਕੀ ਹੈ? ਉਹ EMPLOYER ਤੁਹਾਡੇ 4 ਮਹੀਨੇ ਤੁਹਾਨੂੰ ਉਹਨੇ ਜੌਬ ਦਿੱਤੀ, ਤੁਹਾਡਾ ਦੇਖ ਲਿਆ ਕਿ ਤੁਸੀਂ ਉੱਥੇ ਕੰਮ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ, ਉਹਦੇ ਬੇਸ ਤੇ ਉਹਨੇ ਤੁਹਾਨੂੰ LMI ਦੇਤੀ। 1 ਸਾਲ ਤੁਸੀਂ ਅਲਬਰਟਾ ਦੇ ਵਿੱਚ ਕੰਮ ਕਰਦੇ ਹੋ ਤਾਂ ਫਿਰ ਤੁਹਾਨੂੰ ਉੱਥੇ PR ਪਾਣੀ ਬਹੁਤ ਸੌਖੀ ਹੋ ਜਾਂਦੀ ਹੈ। ਜਿਹੜੀ PR ਤੁਸੀਂ 5 ਤੋਂ 6 ਸਾਲਾਂ 'ਚ ਲੈਂਦੇ ਹੋ ਨਾ, 2 ਤੋਂ 2.5 ਸਾਲ 'ਚ ਉਹ PR ਤੁਹਾਡੇ ਹੱਥ 'ਚ ਹੁੰਦੀ ਹੈ। ਮਤਲਬ ਔਖਾ ਨਹੀਂ ਹੈਗਾ ਇਹ ਪ੍ਰੋਸੈਸ, ਨੂੰ ਔਖਾ ਬਣਾਇਆ ਜਾਂਦਾ ਆ। ਬਿਲਕੁਲ, ਇਹ ਜਿਹੜਾ ਪ੍ਰੋਸੈਸ ਹੈ ਨਾ ਬਿਲਕੁਲ ਸਿੰਪਲ ਪ੍ਰੋਸੈਸ ਹੈ। ਤੁਸੀਂ ਸਟੱਡੀ ਵੀਜ਼ਾ ਲੈਣਾ ਹੈ, ਉੱਥੇ ਜਾ ਕੇ ਪੜ੍ਹਨਾ ਹੈ, ਸਿਰਫ ਤੁਸੀਂ ਆਪਣੀ ਜਿਹੜੀ ਕਲਾਸਿਸ ਨੇ ਰੈਗੂਲਰ ਅਟੈਂਡ ਕਰਨੀ ਹੈ, ਤੁਸੀਂ ਆਪਣੇ ਸਮੈਸਟਰ ਕਲੀਅਰ ਕਰਨੇ ਨੇ। ਜੋ ਵੀ ਤੁਹਾਨੂੰ ਸਿਖਾ ਕੇ ਘੱਲਿਆ ਜਾਂਦਾ ਹੈ ਵੀ ਤੂੰ ਤਾਂ ਕੰਮ ਕਰ ਲਈ, ਪੈਸੇ ਕਮਾ ਲਈ। ਦੇਖੋ ਉਹ ਚੀਜ਼ਾਂ ਜਿਹੜਾ ਕੰਮ ਕਰ ਲਈਆਂ, ਹੋਰ ਬੜੇ ਏਜੰਟ ਕਹਿੰਦੇ ਨੇ ਕਿ ਜੇ ਤੁਸੀਂ ਫੀਸ ਭਰੀ ਹੈ 12 ਲੱਖ ਜਾਂ 15 ਲੱਖ ਜਾਂ 20 ਲੱਖ ਦਾ ਪੈਕੇਜ ਲੈ ਕੇ ਤੁਸੀਂ ਇੱਥੇ ਗਏ ਹੋ, ਤੁਸੀਂ 20 ਘੰਟੇ ਤੋਂ ਵੱਧ ਵੀ ਕੰਮ ਕਰ ਸਕਦੇ ਹੋ। ਦੇਖੋ ਜਿਹੜੀ ਚੀਜ਼ ਸੁਰਖਾਬ ਜੀ ਇਲੀਗਲ ਹੈ ਉਹ ਤਾਂ ਇਲੀਗਲ ਹੀ ਹੈ ਨਾ। ਤੁਹਾਨੂੰ 20 ਘੰਟੇ ਪਰ ਵੀਕ ਦੀ ਪਰਮਿਸ਼ਨ ਮਿਲੀ ਹੈ, ਉਹ ਤੋਂ ਜ਼ਿਆਦਾ ਕੰਮ ਕਰੋਗੇ ਠੀਕ ਹੈ, ਮਹੀਨਾ ਕਰ ਲਓਗੇ 2 ਮਹੀਨਾ, ਪਰ ਜਿੱਦਣ ਫੜੇ ਗਏ ਉਹਦੀ ਜਿਹੜੀ ਪੈਨਲਟੀ ਆ ਉਹ ਤਾਂ ਤੁਹਾਡੇ ਤੇ ਪਊਗੀ। ਉਹ ਜਾਂ ਤਾਂ ਵਾਪਸ ਭੇਜ ਦਿੱਤਾ ਜਾਊਗਾ ਜਾਂ ਫਿਰ ਕਿਤੇ ਨਾ ਕਿਤੇ ਤੁਹਾਡੇ ਤੇ ਲੀਗਲ ਐਕਸ਼ਨ ਆ ਜਾਊਗਾ। ਸੋ ਇਟਸ ਬੈਟਰ ਕਿ ਤੁਸੀਂ ਹਮੇਸ਼ਾ ਕਾਨੂੰਨ ਦੇ ਵਿੱਚ ਰਹਿ ਕੇ ਹੀ ਕੰਮ ਕਰੋ। ਜੋ ਵੀ ਕਰਨਾ ਹੈ, LMIA ਲੈਣੀ ਹੈ ਤਾਂ ਜੈਨੂਨ ਤਰੀਕੇ ਨਾਲ ਲਓ, ਉੱਥੇ ਸੈਟਲ ਹੋਣਾ ਹੈ ਜੈਨੂਨ ਤਰੀਕੇ ਨਾਲ ਸੈਟਲ ਹੋ। ਵਰਕ ਪਰਮਿਟ ਲੈਣਾ ਹੈ ਤਾਂ ਜੈਨੂਨ ਤਰੀਕੇ ਨਾਲ, ਜੈਨੂਨ ਬੰਦਿਆਂ ਕੋਲ, ਜੈਨੂਨ ਕੰਪਨੀ ਕੋਲ ਜਾ ਕੇ ਲਓ। ਤੁਸੀਂ ਇਹ ਗੱਲਾਂ ਨਾ ਕੈਮਰੇ ਤੇ ਕਰ ਰਹੇ ਹੋ, ਮੈਂ ਤੁਸੀਂ ਤੁਹਾਡੀ ਗੱਲ ਨਹੀਂ ਕਰਦਾ। ਤੁਸੀਂ ਆਪ ਗੱਲ ਕਹੀ ਕਿ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲਦਾ ਆ, ਬਹੁਤ ਕੁਝ ਘੁੰਮਦਾ ਆ। ਸਾਡੇ ਲੋਕ ਸੋਸ਼ਲ ਮੀਡੀਆ ਤੇ ਵਿਸ਼ਵਾਸ ਵੀ ਬੜੀ ਛੇਤੀ ਕਰਦੇ ਆ। ਇਹ ਗੱਲਾਂ ਕਰਕੇ ਵਿਸ਼ਵਾਸ ਤਾਂ ਬਣਾ ਲਿਆ ਜਾਂਦਾ ਆ, ਪਰ ਬਾਅਦ 'ਚ ਜੋ ਠੱਗੀ ਵੱਜਦੀ ਆ ਨਾ, ਉਹ ਵਿਸ਼ਵਾਸ ਦੀ ਥਾਂ ਨਹੀਂ ਕਿਤੇ ਰਹਿੰਦੀ। ਤੁਸੀਂ ਹੁਣ ਜੋ ਗੱਲ ਕਰ ਰਹੇ ਹੋ ਕਿ $1000 ਫੀਸ ਹੈ, ਉਸ ਤੋਂ ਬਾਅਦ ਜੈਨੂਨ ਤਰੀਕੇ ਦੇ ਨਾਲ ਚਲਿਆ ਜਾਵੇ, ਇਹ ਚੀਜ਼ਾਂ ਗੱਲਾਂ ਤੱਕ ਹੀ ਕਿਉਂ ਨੇ? ਸੁਰਖਾਬ ਜੀ, ਮੈਂ ਤਾਂ ਇੱਕੋ ਗੱਲ ਕਹੂੰਗਾ, ਜੇ ਤੁਸੀਂ ਜ਼ਮੀਨੀ ਲੈਵਲ ਤੇ ਇਹਦੀ ਸੱਚਾਈ ਦੇਖਣਾ ਚਾਹੁੰਦੇ ਹੋ, 7 ਤਰੀਕ ਨੂੰ ਖੰਨਾ ਤੇ 8 ਤਰੀਕ ਨੂੰ ਲੁਧਿਆਣਾ ਦੇ ਵਿੱਚ ਸਾਡਾ ਇੱਕ ਸੈਮੀਨਾਰ ਰੱਖਿਆ ਗਿਆ, ਐਪਲੀਕੇਸ਼ਨ ਡੇ। ਤੁਸੀਂ ਕੋਈ ਪੈਸਾ ਨਹੀਂ ਦੇਣਾ, ਤੁਸੀਂ ਆਪਣੇ ਡਾਕੂਮੈਂਟ ਲੈ ਕੇ ਆਣੇ ਆ, ਤੁਸੀਂ ਐਲੀਜੀਬਲ ਹੋਵੋਗੇ, ਤੁਹਾਡਾ ਅਪਲਾਈ ਕਰਵਾ ਦਿੱਤਾ ਜਾਊਗਾ। ਤੁਸੀਂ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ। ਜਿਹੜੀ ਮੈਂ LMI ਦੀ ਗੱਲ ਕਰ ਰਿਹਾ, ਇਹਦੇ ਵਿੱਚ ਕੰਪਨੀ ਫੀਸ ਹੈ, ਜਿਹੜੀ ਮੇਰੀ ਕੰਪਨੀ ਫੀਸ, ਉਹ ਵੀ ਤੁਸੀਂ ਉਦੋਂ ਦੇਣੀ ਹੈ ਜਦੋਂ ਤੁਹਾਡੇ ਕੋਲ LMIA ਤੁਹਾਡੇ ਹੱਥ 'ਚ ਹੈਗੀ ਆ। ਇਹ ਵੀ ਇੱਕ ਵੱਡਾ ਦਾ ਆ ਤੁਹਾਡਾ। ਨਹੀਂ ਦੇਖੋ, ਦਾ ਤਾਂ ਇੱਦਾਂ ਹੈ ਕਿ ਸਟੱਡੀ ਜਿਹੜੇ ਲਈ ਮੈਂ ਤੁਹਾਨੂੰ ਭੇਜ ਰਿਹਾ ਸਟੱਡੀ ਵੀਜ਼ਾ ਤਾਂ ਦੇਖੋ ਟਿਊਸ਼ਨ ਫੀਸ ਤਾਂ ਤੁਸੀਂ ਪੇ ਕਰਨੀ ਹੈ, ਉਹਦੇ ਮਤਲਬ ਤੁਹਾਡਾ ਕੋਈ ਪਹਿਲਾਂ ਖਰਚਾ ਨਾ ਹੋਵੇ, ਉਹ ਕੰਪਨੀ ਪੇ ਕਰਨ ਨੂੰ ਤਿਆਰ ਹੈ। ਤੁਹਾਡੀ ਐਮਬੈਸੀ ਫੀਸ ਦਾ ਲਾਸ ਨਾ ਹੋਵੇ, ਉਹ ਕੰਪਨੀ ਪੇ ਕਰਨ ਨੂੰ ਤਿਆਰ ਹੈ। ਤੁਹਾਡੇ ਤੋਂ ਕੋਈ ਆਫਰ ਲੈਟਰ ਦੀ ਫੀਸ ਨਹੀਂ, ਕੋਈ ਰਜਿਸਟ੍ਰੇਸ਼ਨ, ਕੋਈ ਪ੍ਰੋਸੈਸਿੰਗ, ਤੁਹਾਡੇ ਤੋਂ ਕੁਝ ਵੀ ਚਾਰਜ ਨਹੀਂ ਕੀਤਾ ਜਾਊਗਾ। ਜੀ ਤੁਸੀਂ ਕਹਿੰਦੇ ਹੋ ਕੋਈ ਮੁਫਤ ਨਹੀਂ ਦਿੰਦਾ ਜੀ, ਤੁਸੀਂ ਕਹਿ ਰਹੇ ਹੋ ਕਿ ਖਰਚਾ ਅਸੀਂ ਚੱਕਣ ਨੂੰ ਤਿਆਰ ਆ, ਪਰ ਇਹਦਾ ਨੁਕਸਾਨ ਅਸੀਂ ਚੱਕਣ ਨੂੰ ਤਿਆਰ ਆ। ਬਿਲਕੁਲ ਜੀ, ਜਦੋਂ ਵੀਜ਼ਾ ਲੱਗੂਗਾ ਤਾਂ ਪ੍ਰੋਫਿਟ ਵੀ ਅਸੀਂ ਚੱਕਾਂਗੇ। ਜਦੋਂ ਵੀਜ਼ਾ ਲੱਗੂਗਾ, ਜਿਹੜੀ ਤੁਹਾਡੇ ਨਾਲ ਪੈਕੇਜ ਦੀ ਤੈਅ ਰਕਮ ਹੈ ਤਾਂ ਉਹ ਵੀ ਏਜੰਟ ਨੂੰ ਮਿਲੂਗੀ। ਜਿਹੜੇ ਬੰਦੇ ਨੇ ਤੁਹਾਡੇ ਤੇ ਇਨਵੈਸਟ ਕੀਤਾ, ਜੇ ਨੁਕਸਾਨ ਉਹਦਾ ਏ ਤਾਂ ਪ੍ਰੋਫਿਟ ਲੈਣ ਦਾ ਹੱਕਦਾਰ ਵੀ ਉਹੀ ਹੈ, ਬਸ਼ਰਤੇ ਕਿ ਅਸੀਂ ਤੁਹਾਨੂੰ ਰਿਜ਼ਲਟ ਦਈਏ। ਅੱਛਾ, ਇੱਕ ਸਵਾਲ ਮੇਰਾ ਹੋਰ ਨਾਲ ਜੁੜਿਆ ਹੋਇਆ, ਪਿੱਛੇ ਜੇ 90,000 ਦੀ ਰਿਕੁਆਇਰਮੈਂਟ ਸੀ ਕੈਨੇਡਾ ਸਰਕਾਰ ਵੱਲੋਂ, ਉਹਨੂੰ ਲੈ ਕੇ ਬੜੀ ਅਫਵਾਹ ਆਈ ਆ, ਵੀਜ਼ੇ ਖੁੱਲ ਗਏ ਨੇ, ਨਵੰਬਰ ਤੱਕ ਦਾ ਸ਼ਾਇਦ ਕੁਝ ਸੀਗਾ। ਉਹ ਸੱਚਾਈ ਕੀ ਆ? ਅੱਜ ਤੱਕ ਜੋ ਸੱਚਾਈ ਸਾਨੂੰ ਜੋ ਪਤਾ ਲੱਗੀ, ਜਾਂ ਅੱਜ ਤੱਕ ਅਸੀਂ ਜੋ ਖੋਜ ਕਰਨ ਦੀ ਕੋਸ਼ਿਸ਼ ਕੀਤੀ, ਉਹ ਸੀ ਕਿ
ਉੱਥੋਂ ਜੋ ਪਹਿਲਾਂ ਹੀ ਲੋਕ ਕੰਮ ਕਰ ਰਹੇ ਨੇ ਜੋ ਜ਼ਰੂਰੀ ਵਸਤਾਂ ਦੇ ਵਿੱਚ ਨੇ, ਜ਼ਰੂਰੀ ਚੀਜ਼ਾਂ ਦੇ ਵਿੱਚ ਨੇ, ਉਹਨਾਂ ਦੇ ਲਈ ਉਹ ਆਫਰ ਸੀ, ਉਹਨਾਂ ਦੇ ਲਈ ਉਹ ਜਿਹੜੀ ਕਾਲ ਸੀ, ਨਾ ਕਿ ਇੱਥੋਂ ਦੇ ਲੋਕਾਂ ਦੇ ਲਈ ਇੱਥੋਂ ਜਾ ਕੇ ਦੁਬਾਰਾ ਉੱਥੇ ਵਸਣ ਦੀ ਕਾਲ ਸੀ। ਦੇਖੋ ਸੁਰਖਾਬ ਜੀ, ਆਪਣੇ ਪੰਜਾਬ 'ਚ ਤਾਂ ਨਾ ਬਸ ਇੱਕ ਮੌਕਾ ਚਾਹੀਦਾ ਬੰਦੇ ਨੂੰ, ਕੋਈ ਨਾ ਕੋਈ ਐਦਾਂ ਦੀ ਗੱਲ, ਕੋਈ ਨਾ ਕੋਈ ਐਦਾਂ ਦੀ ਪ੍ਰਮੋਸ਼ਨ ਕਰਨ ਦਾ ਤਰੀਕਾ ਉਹਨੂੰ ਬੇਸ ਚਾਹੀਦਾ ਕਿ ਅਸੀਂ ਬਸ ਇਸ ਚੀਜ਼ ਨੂੰ ਮਤਲਬ ਸਭ ਤੋਂ ਪਹਿਲੇ ਅਸੀਂ ਇਸ ਚੀਜ਼ ਨੂੰ ਫੈਲਾ ਦਈਏ ਪੂਰਾ। 90,000 ਵਰਡ ਨੂੰ ਲੋਕਾਂ ਨੇ ਮਤਲਬ ਐਦਾਂ ਉਹ ਕੀਤਾ ਕਿ ਬਸ ਜੀ ਤੁਸੀਂ ਹੁਣ ਬੈਗ ਤਿਆਰ ਕਰ ਲਓ, ਕੈਨੇਡਾ PR ਦੇਣ ਲੱਗਿਆ, ਬਸ ਜੀ ਹੁਣ ਤੁਸੀਂ ਆਪਣੇ ਮਤਲਬ ਫੰਡ ਸਾਰੇ ਰੈਡੀ ਰੱਖੋ, PR ਅਪਲਾਈ ਕਰੋ, ਆਇਲਸ ਕਰੋ, ਤੁਹਾਨੂੰ ਜੀ PR ਮਿਲ ਜਾਣੀ ਹੈ 5 ਨਵੰਬਰ 2021 ਤੱਕ। ਬਟ ਐਕਚੁਅਲ 'ਚ ਜਿਹੜਾ ਇਹਦਾ ਸੱਚ ਸੀਗਾ, ਸੱਚ ਇਹ ਸੀ ਕਿ 90,000 ਜਿਹੜੇ ਉਹਨਾਂ ਨੇ ਇਹ ਇੱਕ ਨੰਬਰ ਦਿੱਤਾ ਹੈ, ਉਹਦੇ ਵਿੱਚੋਂ ਸਟੂਡੈਂਟ ਤੇ ਜਿਹੜੇ ਅਸੈਂਸ਼ੀਅਲ ਵਰਕਰ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਨੇ, ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਪੜ੍ਹ ਕੇ ਗ੍ਰੈਜੂਏਟ ਹੋ ਚੁੱਕੇ ਆ, ਇਹ ਸਕੀਮ ਉਹਨਾਂ ਲਈ ਸੀ। ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ ਇਹ ਸਕੀਮ ਸੀਗੀ, ਨਾ ਕਿ ਜਿਹੜੇ ਇੱਥੇ ਬੈਠੇ ਨੇ ਘਰੇ ਆਰਾਮ ਨਾਲ ਹਲੇ ਆਇਲਸ ਵੀ ਨਹੀਂ ਕੀਤੀ ਤੇ ਉਹ 90,000 ਵਾਲੀ ਕਿਸੇ ਏਜੰਟ ਦੀ ਐਡ ਦੇ ਕੇ ਵੀ ਕੈਨੇਡਾ ਨੇ ਦਰਵਾਜ਼ੇ ਖੋਲਤੇ, ਤੁਸੀਂ ਬਸ PR ਪਾ ਦਿਓ, ਲੱਖ ਰੁਪਇਆ ਲਿਆਓ, 2 ਲੱਖ ਲਿਆਓ, ਤੁਹਾਡੀ 5 ਲੱਖ 'ਚ PR ਕਰ ਦਾਂਗੇ, 10 ਲੱਖ 'ਚ ਪਰਿਵਾਰ ਸਮੇਤ PR ਕਰ ਦਾਂਗੇ। ਉਹ ਸਿਰਫ ਔਰ ਸਿਰਫ ਇੱਕ ਅਫਵਾਹ ਨੂੰ ਉਹਨਾਂ ਨੇ, ਇੱਕ ਨਿਊਜ਼ ਨੂੰ ਉਹਨਾਂ ਨੇ ਅਫਵਾਹ ਬਣਾ ਕੇ ਐਦਾਂ ਫੈਲਾਇਆ ਕਿ ਬਸ PR ਤਾਂ ਤੁਹਾਨੂੰ ਹੀ ਮਿਲਣੀ ਆ, ਹੋਰ ਨਹੀਂ ਕਿਸੇ ਨੂੰ ਮਿਲਣੀ। ਜਿਹੜੀ ਸਕੀਮ ਤੁਸੀਂ ਦੱਸ ਰਹੇ ਹੋ ਇਹ ਸਕੀਮ ਤਾਂ ਪੰਜਾਬ ਵਾਲਿਆਂ ਲਈ ਆ। ਬਿਲਕੁਲ ਜੀ, ਸਾਰੇ ਲਈ ਹੈ ਜੀ। ਜਿਹੜਾ ਦੇਖੋ ਜਿਹੜਾ ਐਲੀਜੀਬਲ ਹੈਗਾ, ਜਿਹਦੇ 6 ਈਚ ਬੈਂਡ ਨੇ ਜਾਂ ਇੱਕ ਮੋਡਿਊਲ 'ਚੋਂ 5.5 ਬੈਂਡ ਨੇ, ਉਹ ਬੰਦਾ ਐਲੀਜੀਬਲ ਹੈ। ਜਿਹਦੀ 12ਵੀਂ ਜਾਂ ਜਿਹਨੇ ਗ੍ਰੈਜੂਏਟ ਕੀਤੀ ਹੈ, ਗ੍ਰੈਜੂਏਟ 'ਚੋਂ 50 ਤੋਂ 60% ਨੰਬਰ ਨੇ, ਉਹ ਬੰਦਾ ਐਲੀਜੀਬਲ ਹੈ, ਉਹ ਇੱਥੇ ਅਪਲਾਈ ਕਰ ਸਕਦਾ। ਸੋ ਅਪਲਾਈ ਤੁਸੀਂ ਆਪ ਕਰਨਾ ਆ, ਸੋਚ ਤੁਹਾਡੀ ਹੈ, ਫੈਸਲਾ ਤੁਹਾਡਾ ਆ, ਦਿਸ਼ਾ ਤੁਸੀਂ ਤੈਅ ਕਰਨੀ ਆ, ਉਹ ਦਿਸ਼ਾ ਸਹੀ ਹੋਣੀ ਚਾਹੀਦੀ ਆ। ਅਸੀਂ ਸਮੇਂ-ਸਮੇਂ ਤੇ ਤੁਹਾਡੇ ਕੋਲ ਜਾਣਕਾਰੀ ਪਹੁੰਚਾਉਂਦੇ ਆ, ਸਮੇਂ-ਸਮੇਂ ਤੇ ਐਕਸਪਰਟ ਨੇ ਮਾਹਰਾਂ ਦੀ ਰਾਏ ਦੇ ਮੱਦੇਨਜ਼ਰ ਤੁਹਾਡੇ ਤੱਕ ਹਰ ਉਹ ਪੱਖ ਲੈ ਕੇ ਆਉਣੇ ਆ, ਤਾਂ ਜੋ ਤੁਸੀਂ ਕਿਸੇ ਵੀ ਠੱਗੀ ਦਾ ਸ਼ਿਕਾਰ ਨਾ ਹੋਵੋ ਤੇ ਆਪਣੇ ਭਵਿੱਖ ਨੂੰ ਬਚਾ ਸਕੋ।